ओशो दे ਲੈਕਚਰ। ਰਾਤ ਬੀਤ ਗਈ ਹੈ। ਖੇਤਾਂ ਵਿੱਚ ਸਵੇਰ ਦਾ ਸੂਰਜ ਫੈਲ ਰਿਹਾ ਹੈ। ਇੱਕ ਛੋਟਾ ਜਿਹਾ ਨਾਲਾ ਹੁਣੇ-ਹੁਣੇ ਪਾਰ ਕੀਤਾ ਹੈ। ਗੱਡੀ ਦੀ ਆਵਾਜ਼ ਸੁਣ ਚਾਂਦਨੀ ਦੇ ਫੁੱਲਾਂ ਤੋਂ ਸਫੈਦ ਬਗਲੀਆਂ ਦੀ ਇੱਕ ਕਤਾਰ ਸੂਰਜ ਦੇ ਵੱਲ ਉੱਡ ਗਈ ਹੈ। ਫਿਰ ਕੁਝ ਹੋਇਆ ਹੈ ਤੇ ਗੱਡੀ ਰੁਕ ਗਈ ਹੈ। ਇਸ ਨਿਰਜਨ ਵਿੱਚ ਉਹਦਾ ਰੁਕਣਾ ਚੰਗਾ ਲੱਗਿਆ। ਮੈਨੂੰ ਨਾ ਜਾਣਦੇ ਸਹਿ ਯਾਤਰੀ ਵੀ ਉੱਠ ਆਏ ਹਨ। ਰਾਤ ਕਿਸੇ ਸਟੇਸ਼ਨ ਤੇ ਉਹਨਾਂ ਦਾ ਆਉਣਾ ਹੋਇਆ ਸੀ। ਸ਼ਾਇਦ ਮੈਨੂੰ ਸੰਨਿਆਸੀ ਸਮਝ ਕੇ ਪ੍ਰਣਾਮ ਕੀਤਾ। ਕੁਝ ਪੁੱਛਣ ਦੀ ਉਤਸੁਕਤਾ ਉਹਨਾਂ ਦੀਆਂ ਅੱਖਾਂ ਵਿੱਚ ਹੈ। ਆਖਿਰ ਬੋਲ ਰਹੇ ਹਨ, ਜੇ ਕੋਈ ਅੜਚਨ ਤੁਹਾਨੂੰ ਨਾ ਹੋਵੇ ਤਾਂ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ। ਮੈਂ ਪ੍ਰਭੂ ਵਿੱਚ ਉਤਸੁਕਤਾ ਰੱਖਦਾ ਤੇ ਉਹਨੂੰ ਪਾਉਣ ਦਾ ਬਹੁਤ ਯਤਨ ਕੀਤਾ ਹੈ, ਪਰ ਕੋਈ ਨਤੀਜਾ ਨਹੀਂ ਨਿਕਲਿਆ। ਕੀ ਪ੍ਰਭੂ ਮੇਰੇ ਤੇ ਕਿਰਪਾਲੂ ਨਹੀਂ ਹੈ? ਮੈਂ ਕਿਹਾ, ਕੱਲ ਮੈਂ ਇੱਕ ਬਗੀਚੇ 'ਚ ਗਿਆ ਸੀ। ਕੁਝ ਸਾਥੀ ਨਾਲ ਸਨ। ਇੱਕ ਨੂੰ ਤ੍ਰੇਹ ਲੱਗੀ ਸੀ। ਉਹਨੇ ਬਾਲਟੀ ਖੂਹ 'ਚ ਸੁੱਟੀ। ਖੂਹ ਡੂੰਘਾ ਸੀ। ਬਾਲਟੀ ਖਿੱਚਣ ਵਿੱਚ ਮਿਹਨਤ ਕਰਨੀ ਪਈ, ਪਰ ਬਾਲਟੀ ਜਦੋਂ ਮੁੜੀ ਤਾਂ ਖਾਲੀ ਸੀ। ਸਾਰੇ ਹੱਸਣ ਲੱਗੇ। ਮੈਨੂੰ ਲੱਗਿਆ ਇਹ ਬਾਲਟੀ ਤਾਂ ਮਨੁੱਖ ਦੇ ਮਨ ਵਰਗੀ ਹੈ। ਉਸ ਵਿੱਚ ਮੋਰੀਆਂ ਹੀ ਮੋਰੀਆਂ ਸਨ। ਬਾਲਟੀ ਸਿਰਫ ਨਾਂ ਦੀ ਹੀ ਸੀ, ਬਸ ਮੋਰੀਆਂ ਹੀ ਮੋਰੀਆਂ ਸਨ। ਪਾਣੀ ਭਰਿਆ ਸੀ, ਪਰ ਸਾਰਾ ਨਿਕਲ ਗਿਆ। ਅਜਿਹਾ ਹੀ ਮਨ ਵੀ ਸਾਡਾ ਮੋਰੀਆਂ ਹੀ ਮੋਰੀਆਂ ਹਨ। ਇਸ ਮੋਰੀਆਂ ਵਾਲੇ ਮਨ ਨੂੰ ਜਿੰਨਾ ਮਰਜ਼ੀ ਪ੍ਰਭੂ ਦੇ ਵੱਲ ਸੁੱਟੋ, ਉਹ ਖਾਲੀ ਵਾਪਸ ਮੁੜ ਆਉਂਦਾ ਹੈ। ਦੋਸਤ, ਪਹਿਲਾਂ ਬਾਲਟੀ ਠੀਕ ਕਰ ਲਓ, ਫਿਰ ਪਾਣੀ ਖਿੱਚ ਲੈਣਾ ਇੱਕਦਮ ਆਸਾਨ ਹੈ। ਹਾਂ, ਮੋਰੀਆਂ ਵਾਲੀ ਬਾਲਟੀ ਨਾਲ ਤਪੱਸਿਆ ਤਾਂ ਬਹੁਤ ਹੋਏਗੀ, ਪਰ ਤ੍ਰਿਪਤੀ ਨਹੀਂ ਹੋ ਸਕਦੀ। ਯਾਦ ਰਹੇ ਕਿ ਪ੍ਰਭੂ ਨਾ ਕਿਰਪਾਲੂ ਹੈ, ਨਾ ਅਕਿਰਪਾਲੂ। ਬਸ ਤੁਹਾਡੀ ਬਾਲਟੀ ਠੀਕ ਹੋਣੀ ਚਾਹੀਦੀ ਹੈ। ਖੂਹ ਤਾਂ ਹਮੇਸ਼ਾ ਪਾਣੀ ਦੇਣ ਨੂੰ ਰਾਜ਼ੀ ਹੁੰਦਾ ਹੈ। ਉਹਦੇ ਵੱਲੋਂ ਕਦੇ ਕੋਈ ਇਨਕਾਰ ਨਹੀਂ ਹੈ। ਧੰਨਵਾਦ। ਅਗਲਾ ਲੈਕਚਰ। ਇੱਕ ਦਿਨ ਨਦੀ ਦੇ ਕਿਨਾਰੇ ਖੜਾ ਸਾਂ। ਦੇਖਿਆ ਇੱਕ ਕਾਗਜ਼ ਦੀ ਕਿਸ਼ਤੀ ਪਾਣੀ 'ਚ ਡੁੱਬ ਗਈ ਹੈ। ਕੱਲ ਕੁਝ ਰੇਤ ਦੇ ਘਰੌਂਦੇ ਬੱਚਿਆਂ ਨੇ ਬਣਾਏ ਸੀ, ਉਹ ਵੀ ਮਿਟ ਗਏ ਹਨ। ਰੋਜ਼ ਕਿਸ਼ਤੀਆਂ ਡੁੱਬਦੀਆਂ ਹਨ, ਰੋਜ਼ ਘਰੌਂਦੇ ਟੁੱਟ ਜਾਂਦੇ ਹਨ। ਇੱਕ ਮਹਿਲਾ ਆਈ ਸੀ, ਸੁਪਨੇ ਉਹਦੇ ਪੂਰੇ ਨਹੀਂ ਹੋਏ ਹਨ। ਜੀਵਨ ਤੋਂ ਉਹਦਾ ਮਨ ਉਚਾਟ ਹੈ। ਆਤਮ ਹੱਤਿਆ ਦੇ ਵਿਚਾਰ ਨੇ ਉਹਨੂੰ ਫੜ ਲਿਆ ਹੈ। ਅੱਖਾਂ ਅੰਦਰ ਨੂੰ ਧੱਸ ਗਈਆਂ ਹਨ ਤੇ ਸਾਰਾ ਵਿਅਰਥ ਲੱਗਦਾ ਹੈ। ਮੈਂ ਕਿਹਾ, ਸੁਪਨੇ ਕਿਸ ਦੇ ਪੂਰੇ ਹੁੰਦੇ ਹਨ? ਸਭ ਸੁਪਨੇ ਆਖਿਰ ਦੁੱਖ ਦਿੰਦੇ ਹਨ। ਕਾਰਨ, ਕਾਗਜ਼ ਦੀਆਂ ਕਿਸ਼ਤੀਆਂ ਵਹਿਣ ਵੀ ਤਾਂ ਕਿੰਨੀ ਦੂਰ ਵਹਿ ਸਕਦੀਆਂ। ਇਸ ਵਿੱਚ ਭੁੱਲ ਸੁਪਨਿਆਂ ਦੀ ਨਹੀਂ ਹੈ, ਉਹ ਤਾਂ ਸੁਭਾਅ ਤੋਂ ਹੀ ਦੁਸ਼ਪੂਰ ਹਨ। ਭੁੱਲ ਸਾਡੀ ਹੈ। ਜੋ ਸੁਪਨਾ ਦੇਖਦਾ ਹੈ ਉਹ ਸੁੱਤਾ ਹੈ। ਜੋ ਸੁੱਤਾ ਹੈ ਉਹਦੀ ਕੋਈ ਪ੍ਰਾਪਤੀ ਵਾਸਤਵਿਕ ਨਹੀਂ ਹੈ। ਜਾਗਦੇ ਹੀ ਸਾਰਾ ਪਾਇਆ, ਨਹੀਂ ਪਾਇਆ ਹੋ ਜਾਣ ਨੂੰ ਹੈ। ਸੁਪਨੇ ਨਹੀਂ, ਸੱਚ ਦੇਖੋ। ਜੋ ਹੈ ਉਹਨੂੰ ਦੇਖੋ। ਉਹਨੂੰ ਦੇਖਣ ਨਾਲ ਮੁਕਤੀ ਆਉਂਦੀ ਹੈ। ਉਹੀ ਕਿਸ਼ਤੀ ਸੱਚੀ ਹੈ। ਉਹੀ ਜ਼ਿੰਦਗੀ ਦੀ ਭਰਪੂਰਤਾ ਤੱਕ ਲੈ ਜਾਂਦੀ ਹੈ। ਸੁਪਨਿਆਂ ਵਿੱਚ ਮੌਤ ਹੈ, ਸੱਚ ਵਿੱਚ ਜੀਵਨ ਹੈ। ਸੁਪਨੇ ਯਾਨੀ ਨੀਂਦ, ਸੱਚ ਜਾਨੀ ਜਾਗਰਤੀ। ਜਾਗੋ ਤੇ ਖੁਦ ਨੂੰ ਪਹਿਚਾਣੋ। ਜਦੋਂ ਤੱਕ ਸੁਪਨਿਆਂ 'ਚ ਮਨ ਹੈ, ਉਦੋਂ ਤੱਕ ਜੋ ਸੁਪਨੇ ਨੂੰ ਦੇਖ ਰਿਹਾ ਹੈ ਉਹ ਨਹੀਂ ਦਿਸਦਾ। ਉਹੀ ਸੱਚ ਹੈ, ਉਹੀ ਹੈ। ਉਹਨੂੰ ਪਾਉਂਦੇ ਹੀ ਡੁੱਬੀਆਂ ਕਿਸ਼ਤੀਆਂ ਤੇ ਡਿੱਗੇ ਘਰੌਂਦਿਆਂ ਤੇ ਸਿਰਫ ਹਾਸੀ ਹੀ ਆਉਂਦੀ ਹੈ। ਧੰਨਵਾਦ। ਓਸ਼ੋ ਦਾ ਲੈਕਚਰ। ਇੱਕ ਸੂਫੀ ਗੀਤ ਹੈ। ਪ੍ਰੇਮਿਕਾ ਦੇ ਦਰਵਾਜ਼ੇ ਤੇ ਕਿਸੇ ਨੇ ਦਸਤਕ ਦਿੱਤੀ। ਅੰਦਰੋਂ ਆਵਾਜ਼ ਆਈ, ਕੌਣ ਹੈ? ਜੋ ਦਰਵਾਜ਼ੇ ਦੇ ਬਾਹਰ ਖੜਾ ਸੀ ਉਹਨੇ ਕਿਹਾ, ਮੈਂ ਆ। ਜਵਾਬ 'ਚ ਉਹਨੂੰ ਸੁਣਾਈ ਪਿਆ, ਇਹ ਘਰ
ਮੈਂ ਤੇ ਤੂੰ ਦੋ ਨੂੰ ਸੰਭਾਲ ਨਹੀਂ ਸਕਦਾ ਅਤੇ ਬੰਦ ਦਰਵਾਜ਼ਾ ਬੰਦ ਹੀ ਰਿਹਾ। ਪ੍ਰੇਮੀ ਜੰਗਲ 'ਚ ਚਲਾ ਗਿਆ। ਉਹਨੇ ਤਪ ਕੀਤਾ, ਉਪਵਾਸ ਕੀਤੇ, ਪ੍ਰਾਰਥਨਾਵਾਂ ਕੀਤੀਆਂ। ਬਹੁਤ ਸਾਲਾਂ ਦੇ ਬਾਅਦ ਉਹ ਮੁੜਿਆ ਤੇ ਦੁਬਾਰਾ ਉਹਨੇ ਉਹੀ ਦਰਵਾਜ਼ਾ ਖੜਕਾਇਆ। ਦੁਬਾਰਾ ਉਹੀ ਸਵਾਲ, ਬਾਹਰ ਕੌਣ ਹੈ? ਪਰ ਇਸ ਵਾਰ ਦਰਵਾਜ਼ਾ ਖੁੱਲ੍ਹ ਗਿਆ ਕਿਉਂਕਿ ਉਹਦਾ ਉੱਤਰ ਦੂਸਰਾ ਸੀ। ਉਹਨੇ ਕਿਹਾ, ਤੂੰ ਹੀ ਹੈ। ਇਹ ਉੱਤਰ ਕਿ ਤੂੰ ਹੀ ਹੈ ਸਾਰਿਆਂ ਧਰਮਾਂ ਦਾ ਸਾਰ ਹੈ। ਜੀਵਨ ਦੇ ਅਨੰਤ ਅਸੀਮ ਪਰਵਾਹ ਤੇ ਮੈਂ ਦੀ ਗੰਢ ਦਾ ਹੀ ਬੰਧਨ ਹੈ। ਮੈਂ ਵਿਅਕਤੀ ਨੂੰ ਸੱਤਾ ਤੋਂ ਤੋੜ ਦਿੰਦਾ ਹੈ। ਮੈਂ ਦਾ ਬੁਲਬੁਲਾ ਸਤਾ ਪਰਵਾਹ ਤੋਂ ਆਪਣੇ ਆਪ ਨੂੰ ਭਿੰਨ ਸਮਝ ਬੈਠਦਾ ਹੈ, ਜਦੋਂ ਕਿ ਬੁਲਬੁਲੇ ਦੀ ਆਪਣੀ ਕੋਈ ਸਤਾ ਨਹੀਂ ਹੈ। ਉਹਦਾ ਕੋਈ ਕੇਂਦਰ ਤੇ ਆਪਣਾ ਜੀਵਨ ਨਹੀਂ ਹੈ। ਉਹ ਸਾਗਰ ਹੀ ਹੈ। ਸਾਗਰ ਹੀ ਉਹਦਾ ਜੀਵਨ ਹੈ। ਸਾਗਰ 'ਚ ਹੋ ਕੇ ਉਹਦਾ ਹੋਣਾ ਹੈ। ਸਾਗਰ ਤੋਂ ਵੱਖਰੀ ਸਤਾ ਦਾ ਗਿਆਨ ਹੀ ਅਗਿਆਨ ਹੈ। ਬੁਲਬੁਲੇ ਦੇ ਅੰਦਰ ਝਾਕੀਏ ਤਾਂ ਸਾਗਰ ਮਿਲ ਜਾਂਦਾ ਹੈ। ਮੈਂ ਦੇ ਅੰਦਰ ਝਾਕੀਏ ਤਾਂ ਬ੍ਰਹਮ ਮਿਲ ਜਾਂਦਾ ਹੈ। ਮੈਂ ਜਿੱਥੇ ਨਹੀਂ ਹੈ ਉੱਥੇ ਅਸਲ 'ਚ ਤੂੰ ਵੀ ਨਹੀਂ ਹੈ। ਉੱਥੇ ਸਿਰਫ ਹੋਣਾ ਹੀ ਹੈ, ਸਿਰਫ ਅਸਤਿਤਵ ਹੈ, ਸ਼ੁੱਧ ਸਤਾ ਹੈ। ਇਸ ਸ਼ੁੱਧ ਸਤਾ 'ਚ ਜਾਗਣਾ ਨਿਰਵਾਣ ਹੈ। ਧੰਨਵਾਦ। ਓਸ਼ੋ ਦਾ ਲੈਕਚਰ। ਇੱਕ ਮਿੱਟੀ ਦਾ ਦੀਵਾ ਜਲ ਰਿਹਾ ਸੀ, ਉਹ ਵੀ ਬੁਝ ਗਿਆ। ਹਵਾ ਦਾ ਇੱਕ ਬੁੱਲਾ ਆਇਆ ਤੇ ਉਹਨੂੰ ਲੈ ਗਿਆ। ਮਿੱਟੀ ਦੇ ਦੀਵੇ ਦਾ ਵਿਸ਼ਵਾਸ ਵੀ ਕੀ ਤੇ ਉਹਨਾਂ ਜੋਤਾਂ ਦਾ ਸਾਥ ਵੀ ਕਿੰਨਾ ਜਿਨ੍ਹਾਂ ਨੂੰ ਹਵਾਵਾਂ ਬੁਝਾ ਸਕਦੀਆਂ ਹਨ। ਹਨੇਰੇ ਦੇ ਸਾਗਰ 'ਚ ਡੁੱਬ ਗਏ ਆ। ਇੱਕ ਨੌਜਵਾਨ ਬੈਠੇ ਹਨ। ਹਨੇਰੇ ਤੋਂ ਉਹਨੂੰ ਬਹੁਤ ਡਰ ਲੱਗ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ਹਨੇਰੇ 'ਚ ਉਹਦੇ ਪ੍ਰਾਣ ਕੰਬ ਜਾਂਦੇ ਹਨ ਤੇ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਮੈਂ ਉਹਨੂੰ ਕਹਿ ਰਿਹਾ ਕਿ ਜਗਤ ਵਿੱਚ ਹਨੇਰਾ ਹੀ ਹਨੇਰਾ ਹੈ ਤੇ ਅਜਿਹੀ ਕੋਈ ਵੀ ਜੋਤ ਜਗਤ ਦੇ ਕੋਲ ਨਹੀਂ ਹੈ ਕਿ ਹਨੇਰੇ ਨੂੰ ਖਤਮ ਕਰ ਦੇਵੇ। ਜੋ ਵੀ ਜੋਤਾਂ ਹਨ ਉਹ ਦੇਰ ਸਵੇਰ ਖੁਦ ਹੀ ਹਨੇਰੇ 'ਚ ਡੁੱਬ ਜਾਂਦੀਆਂ ਹਨ। ਉਹ ਆਉਂਦੀਆਂ ਹਨ ਤੇ ਚਲੀਆਂ ਜਾਂਦੀਆਂ ਹਨ, ਪਰ ਹਨੇਰਾ ਉੱਥੇ ਦਾ ਉੱਥੇ ਬਣਿਆ ਰਹਿੰਦਾ ਹੈ। ਜਗਤ ਦਾ ਅੰਧਕਾਰ ਤਾਂ ਸ਼ਾਸ਼ਵਤ ਹੈ ਤੇ ਉਹਦੀਆਂ ਜੋਤਾਂ ਤੇ ਜਿਹੜੇ ਵਿਸ਼ਵਾਸ ਕਰਦੇ ਹਨ ਉਹ ਨਾ ਸਮਝ ਹਨ, ਕਿਉਂਕਿ ਉਹ ਜੋਤਾਂ ਵਾਸਤਵਿਕ ਨਹੀਂ ਹਨ ਤੇ ਸਭ ਆਖਰ ਨੂੰ ਹਨੇਰੇ ਤੋਂ ਹਾਰ ਜਾਂਦੀਆਂ ਹਨ। ਪਰ ਇੱਕ ਹੋਰ ਲੋਕ ਵੀ ਹੈ। ਜਗਤ ਤੋਂ ਭਿੰਨ ਇੱਕ ਹੋਰ ਸੰਸਾਰ ਵੀ ਹੈ। ਜਗਤ ਅੰਧਕਾਰ ਹੈ ਤਾਂ ਉਹ ਲੋਕ ਪ੍ਰਕਾਸ਼ ਹੀ ਪ੍ਰਕਾਸ਼ ਹੈ। ਜਗਤ ਵਿੱਚ ਪ੍ਰਕਾਸ਼ ਛਿਣ ਭੰਗਰੀ ਤੇ ਅਧੂਰਾ ਹੈ ਤੇ ਅੰਧਕਾਰ ਸ਼ਾਸ਼ਵਤ ਹੈ, ਤਾਂ ਉਸ ਜਗਤ ਵਿੱਚ ਅੰਧਕਾਰ ਸ਼ਾਸ਼ਵਿਕ ਤੇ ਸਮਾਇਕ ਹੈ ਤੇ ਆਲੋਕ ਸ਼ਾਸ਼ਵਤ ਹੈ। ਇੱਕ ਹੋਰ ਵੀ ਹੈਰਾਨੀ ਹੈ ਕਿ ਅੰਧਕਾਰ ਦਾ ਲੋਕ ਸਾਡੇ ਤੋਂ ਦੂਰ ਤੇ ਪ੍ਰਕਾਸ਼ ਦਾ ਲੋਕ ਬਹੁਤ ਨੇੜੇ ਹੈ। ਅੰਧਕਾਰ ਬਾਹਰ ਹੈ, ਆਲੋਕ ਅੰਦਰ ਹੈ। ਯਾਦ ਰਹੇ ਕਿ ਜਦੋਂ ਤੱਕ ਅੰਦਰ ਆਲੋਕ ਜਾਗਰਣ ਨਹੀਂ ਹੁੰਦਾ ਤਦ ਤੱਕ ਕੋਈ ਜੋਤ ਅਭੈ ਨਹੀਂ ਦੇ ਸਕਦੀ। ਮਿੱਟੀ ਦੇ ਮਿਰਣਮੈ ਦੀਵੇ ਤੇ ਵਿਸ਼ਵਾਸ ਛੱਡੋ ਤੇ ਚਿੰਨਮੈ ਜੋਤ ਨੂੰ ਖੋਜੋ। ਉਸ ਤੋਂ ਹੀ ਅਭੈ ਤੇ ਆਨੰਦ ਤੇ ਉਹ ਆਲੋਕ ਮਿਲਦਾ ਹੈ ਜਿਹਨੂੰ ਕਿ ਕੋਈ ਖੋ ਨਹੀਂ ਸਕਦਾ, ਤੇ ਉਹੀ ਆਪਣਾ ਹੈ ਜੋ ਕਿ ਖੋਇਆ ਨਾ ਜਾ ਸਕੇ, ਤੇ ਉਹੀ ਆਪਣਾ ਹੈ ਜੋ ਕਿ ਬਾਹਰ ਨਹੀਂ ਹੈ। ਅੱਖ ਦੇ ਬਾਹਰ ਅੰਧਕਾਰ ਹੈ, ਪਰ ਅੱਖ ਦੇ ਅੰਦਰ ਤਾਂ ਦੇਖੋ ਕਿ ਉੱਥੇ ਕੀ ਹੈ। ਜੇ ਉੱਥੇ ਵੀ ਅੰਧਕਾਰ ਹੁੰਦਾ ਤਾਂ ਅੰਧਕਾਰ ਦਾ ਬੋਧ ਨਹੀਂ ਹੋ ਸਕਦਾ ਸੀ। ਜੋ ਅੰਧਕਾਰ ਨੂੰ ਜਾਣਦਾ ਹੈ ਉਹ ਅੰਧਕਾਰ ਨਹੀਂ ਹੋ ਸਕਦਾ, ਤੇ ਜੋ ਆਲੋਕ ਦੀ ਇੱਛਾ ਕਰਦਾ ਹੈ ਉਹ ਕਿਵੇਂ ਅੰਧਕਾਰ ਹੋ ਸਕਦਾ ਹੈ? ਉਹ ਆਲੋਕ ਹੈ, ਇਸ ਲਈ ਉਹਨੂੰ ਆਲੋਕ ਦੀ ਇੱਛਾ ਹੈ। ਉਹ ਆਲੋਕ ਹੈ, ਇਸ ਲਈ ਉਹਨੂੰ ਆਲੋਕ ਦੀ ਪਿਆਸ ਹੈ। ਆਲੋਕ ਹੀ ਸਿਰਫ ਆਲੋਕ ਦੇ ਲਈ ਪਿਆਸਾ ਹੋ ਸਕਦਾ ਹੈ। ਜਿੱਥੋਂ ਪਿਆਸ ਆਉਂਦੀ ਹੈ ਉੱਥੋਂ ਖੋਜੋ, ਉਸੇ ਬਿੰਦੂ ਨੂੰ ਨਿਸ਼ਾਨਾ ਬਣਾਓ ਤਾਂ ਪਾਓਗੇ ਕਿ ਜਿਸ ਦੀ ਪਿਆਸ ਹੈ ਉੱਥੇ ਛਿਪਿਆ ਹੋਇਆ ਹੈ। ਧੰਨਵਾਦ। ਓਸ਼ੋ ਦਾ ਲੈਕਚਰ।
ਮੈਂ ਈਸ਼ਵਰ ਭੀਰੂ ਨਹੀਂ ਹਾਂ। ਭੈ ਈਸ਼ਵਰ ਤੱਕ ਨਹੀਂ ਲੈ ਜਾਂਦਾ, ਉਸ ਨੂੰ ਪਾਉਣ ਦੀ ਭੂਮਿਕਾ ਅਭੈ ਹੈ। ਮੈਂ ਕਿਸੇ ਅਰਥ ਵਿੱਚ ਸ਼ਰਧਾਲੂ ਵੀ ਨਹੀਂ ਹਾਂ। ਸ਼ਰਧਾ ਸਿਰਫ ਅੰਨੀ ਹੁੰਦੀ ਹੈ ਤੇ ਅੰਨਾਪਣ ਪਰਮ ਸੱਚ ਤੱਕ ਕਿਵੇਂ ਲੈ ਜਾ ਸਕਦਾ ਹੈ। ਮੈਂ ਕਿਸੇ ਧਰਮ ਦਾ ਅਨੁਯਾਈ ਨਹੀਂ ਹਾਂ, ਕਿਉਂਕਿ ਧਰਮ ਨੂੰ ਵਿਸ਼ੇਸ਼ਣਾਂ ਵਿੱਚ ਵੰਡਣਾ ਸੰਭਵ ਨਹੀਂ ਹੈ। ਇਹ ਇੱਕ ਹੋਰ ਭੁੱਲ ਹੈ। ਕੱਲ ਜਦੋਂ ਮੈਂ ਇਹ ਕਿਹਾ ਤਾਂ ਕਿਸੇ ਨੇ ਪੁੱਛਿਆ, ਫਿਰ ਕੀ ਤੁਸੀਂ ਨਾਸਤਿਕ ਹੋ? ਮੈਂ ਨਾ ਨਾਸਤਿਕ ਹਾਂ, ਨਾ ਆਸਤਿਕ ਹੀ ਹਾਂ। ਇਹ ਭੇਦ ਸਤਹੀ ਤੇ ਬੌਧਿਕ ਹਨ। ਸਤਾ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ। ਸਤਾ ਹੈ ਤੇ ਨਾ ਹੈ ਵਿੱਚ ਵਿਭਿਕਤ ਨਹੀਂ ਹੈ। ਭੇਦ ਮੰਨਦਾ ਹੈ। ਇਸ ਲਈ ਨਾਸਤਿਕਤਾ ਤੇ ਆਸਤਿਕਤਾ ਦੋਨੋਂ ਮਾਨਸਿਕ ਹਨ। ਆਤਮਿਕਤਾ ਨੂੰ ਉਹ ਨਹੀਂ ਪਹੁੰਚ ਪਾਉਂਦੀਆਂ। ਆਤਮਿਕਤਾ ਵਿਧੇਯ ਤੇ ਨਾਕਾਰ ਦੋਨਾਂ ਦਾ ਅਤੀਕ੍ਰਮਣ ਕਰ ਜਾਂਦੀ ਹੈ। ਜੋ ਹੈ ਉਹ ਵਿਧੇਯ ਤੇ ਨਾਕਾਰ ਦੇ ਅਤੀਤ ਹਨ, ਜਾਂ ਫਿਰ ਉੱਥੇ ਦੋਵੇਂ ਇੱਕ ਹਨ ਤੇ ਉਹਨਾਂ 'ਚ ਕੋਈ ਭੇਦ ਰੇਖਾ ਨਹੀਂ ਹੈ। ਬੁੱਧੀ ਨਾਲ ਸਵੀਕਾਰ ਕੀਤੀ ਗਈ ਕਿਸੇ ਵੀ ਧਾਰਨਾ ਦੀ ਉੱਥੇ ਕੋਈ ਗਤੀ ਨਹੀਂ ਹੈ। ਅਸਲ 'ਚ ਆਸਤਿਕ ਨੂੰ ਆਸਤਿਕਤਾ ਛੱਡਣੀ ਹੁੰਦੀ ਹੈ ਤੇ ਨਾਸਤਿਕ ਨੂੰ ਨਾਸਤਿਕਤਾ। ਫਿਰ ਕਿਤੇ ਉਹ ਸੱਚ ਵਿੱਚ ਪ੍ਰਵੇਸ਼ ਕਰ ਪਾਉਂਦੇ ਹਨ। ਉਹ ਦੋਵੇਂ ਹੀ ਬੁੱਧੀ ਦੇ ਅਨੁਸਾਰੀ ਹਨ। ਅਨੁਸਾਰੀ ਹੋਣਾ ਆਰੋਪਣ ਹੈ। ਸੱਚ ਕਿਹੋ ਜਿਹਾ ਹੈ ਇਹ ਨਿਰਣਾ ਨਹੀਂ ਕਰਨਾ ਹੁੰਦਾ, ਸਿਰਫ ਖੁਦ ਨੂੰ ਖੋਲ੍ਹਦੇ ਹੀ ਉਹ ਜਿਹੋ ਜਿਹਾ ਹੈ ਉਹਦਾ ਦਰਸ਼ਨ ਹੋ ਜਾਂਦਾ ਹੈ। ਯਾਦ ਰੱਖੋ ਕਿ ਸੱਚ ਦਾ ਨਿਰਣਾ ਨਹੀਂ, ਦਰਸ਼ਨ ਕਰਨਾ ਹੁੰਦਾ ਹੈ। ਜੋ ਸਾਰੇ ਬੌਧਿਕ ਨਿਰਣੇ ਛੱਡ ਦਿੰਦਾ ਹੈ, ਜੋ ਸਾਰੀਆਂ ਤਾਰਕਿਕ ਧਾਰਨਾਵਾਂ ਛੱਡ ਦਿੰਦਾ ਹੈ, ਜੋ ਸਾਰੇ ਮਾਨਸਿਕ ਆਗ੍ਰਹਿ ਤੇ ਅਨੁਮਾਨ ਛੱਡ ਦਿੰਦਾ ਹੈ, ਉਹ ਉਸ ਨਿਰਦੋਸ਼ ਚਿੱਤ ਸਥਿਤੀ ਵਿੱਚ ਸੱਚ ਦੇ ਪ੍ਰਤੀ ਖੁਦ ਨੂੰ ਖੋਲ੍ਹ ਰਿਹਾ ਹੈ, ਜਿਵੇਂ ਫੁੱਲ ਪ੍ਰਕਾਸ਼ ਦੇ ਪ੍ਰਤੀ ਖੁਦ ਨੂੰ ਖੋਲ੍ਹਦੇ ਹਨ। ਇਸ ਖੁੱਲ੍ਹਣ ਵਿੱਚ ਦਰਸ਼ਨ ਦੀ ਘਟਨਾ ਸੰਭਵ ਹੁੰਦੀ ਹੈ। ਇਸ ਲਈ ਜੋ ਨਾ ਨਾਸਤਿਕ ਹੈ ਨਾ ਆਸਤਿਕ ਹੈ, ਉਸ ਨੂੰ ਮੈਂ ਧਾਰਮਿਕ ਕਹਿੰਦਾ ਹਾਂ। ਧਾਰਮਿਕਤਾ ਭੇਦ 'ਚੋਂ ਅਭੇਦ ਵਿੱਚ ਛਲਾਂਗ ਹੈ। ਵਿਚਾਰ ਜਿੱਥੇ ਨਹੀਂ ਨਿਰਵਿਚਾਰ ਹੈ, ਵਿਕਲਪ ਜਿੱਥੇ ਨਹੀਂ ਨਿਰਵਿਕਲਪ ਹੈ, ਸ਼ਬਦ ਜਿੱਥੇ ਨਹੀਂ ਸ਼ੂਨਯ ਹੈ, ਉੱਥੇ ਧਰਮ ਵਿੱਚ ਪ੍ਰਵੇਸ਼ ਹੈ। ਧੰਨਵਾਦ।